एक ओंकार सतगुर प्रसाद। बेदस महा रुति तिति वार भले, कड़ी मुहत पल साचे आए सहज मिले। महादिवस मुहूर्त भले जिसको नदर करे, नानक मंगै दर्शदान कृपा करो हरे। नानक मंगै दर्शदान कृपा करो हरे। सतनाम वाहेगुरु साहिब जियो। 12 माह माझ महला पंजवा, घर चौथा एक ओंकार सतगुर प्रसाद। आषाढ़ तपंदा तिस लगै, हर नाह ना जिन्हा पास। आषाढ़ तपंदा तिस लगै, हर नाह ना जिन्हा पास। जग जीवन पुरख त्याग कै, मानस संधियास। दुए पाए विगुचियै, गल पईस जम की फास। जेहा बीजै सो लुणै, मथै जो लिखियास। रैन बिहाणी पछताणी, उठ चली गई निरास। जिनको साधु भेटियै, सो दरगह हुए खलास। कर कृपा प्रभ अपनी, तेरे दर्शन हुए प्यास। प्रभ तुद बिन दूजा को नहीं, नानक की अरदास। आषाढ़ सुहंदा तिस लगै, जिस मन हर चरण निवास। प्रभ तुद बिन दूजा को नहीं, नानक की अरदास। आषाढ़ सुहंदा तिस लगै, जिस मन हर चरण निवास। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी दी अपार बख्शिश। शाम समय सत्संगत दे पल असी माण रहे हाँ। गुरबाणी कीर्तन आप सरवण कर रहे सी। हुण समा गुर शब्द व्याख्या दा है, जिस विच जो बचन आपने सरवण कीते ने, यह राग माझ विचों रचना 12वां धन गुरु अर्जन साहब पंचम नानक द्वारा उचरित की गई मुकामी बाणी का हिस्सा है। देसी महीनों की वंड मुताबक अज तो आषाढ़, जिसनों असीं बहुत
ਠੇਠ ਪੰਜਾਬੀ ਦੇ ਵਿੱਚ ਹਾੜ ਦਾ ਮਹੀਨਾ ਕਹਿ ਦਿੰਦੇ ਹਾਂ, ਉਹਦੀ ਅੱਜ ਤੋਂ ਪ੍ਰਾਰੰਭਤਾ ਹੋ ਰਹੀ ਹੈ। ਸਾਡੀ ਰਿਵਾਇਤ ਦੇ ਵਿੱਚ ਇਹ ਬਾਤ ਰਹੀ ਹੈ ਕਿ ਜਦੋਂ ਦੇਸੀ ਮਹੀਨਾ ਪ੍ਰਾਰੰਭ ਹੁੰਦਾ ਹੈ ਤਾਂ ਅਸੀਂ ਅਕਸਰ ਗੁਰਬਾਣੀ ਦਾ ਸੰਦੇਸ਼ ਖਾਸ ਕਰਕੇ ਮਾਝ ਰਾਗ ਦੀ ਰਚਨਾ 12 ਮਾਹ ਪੜ੍ਹਦੇ ਹਾਂ। ਪਿੰਡਾਂ ਥਾਵਾਂ ਤੋਂ ਆਪ ਜਿਵੇਂ ਆਏ ਹੋ, ਰਵਾਇਤ ਚੰਗੀ ਤਰ੍ਹਾਂ ਜਾਣਦੇ ਹੋ। ਜੇ ਪੂਰਾ 12 ਮਾਹ ਨਹੀਂ ਤੇ ਘੱਟ ਤੋਂ ਘੱਟ ਉਸ ਮਹੀਨੇ ਦੇ ਸਿਰਨਾਵੇਂ ਵਾਲਾ ਪਦਾ ਉਹ ਪੜ੍ਹਿਆ ਜਾਂਦਾ, ਗਾਇਆ ਜਾਂਦਾ, ਸੁਣਿਆ ਜਾਂਦਾ। ਇਸ ਰੂਪ ਵਿੱਚ ਹੁੰਦੀ ਬਾਤ। ਉਸੇ ਹੀ ਰਿਵਾਇਤ ਨੂੰ ਅਸੀਂ ਫੋਲੋ ਕਰਦੇ ਹੋਏ ਇਸ ਪਾਵਨ ਪਦੇ ਦਾ ਪਾਠ ਅਜੇ ਹੁਣੇ ਸਰਵਨ ਕਰ ਰਹੇ ਸੀ। ਮੁਝ ਖਾਦਿਮ ਤੋਂ ਪਹਿਲਾਂ ਰਾਗੀ ਵੀਰ ਵੀ ਗਾ ਰਹੇ ਸੀਗੇ। ਹੁਣ ਸਮਾਂ ਬਣਿਆ ਹੈ ਇਹਨਾਂ ਪਾਵਨ ਬਚਨਾਂ ਦੀ ਅਸੀਂ ਵਿਆਖਿਆ ਵਿਵੇਚਨਾ ਨਾਲ ਸਾਂਝ ਪਾਵਾਂਗੇ। ਸਵਾਓ ਇਹ ਪਾਵਨ ਬਚਨ ਜਿਵੇਂ ਬੇਨਤੀ ਕੀਤੀ ਮਾਝ ਰਾਗ ਵਿੱਚੋਂ ਨੇ। 12 ਮਹਾ ਬਚਨ, 12 ਮਹਾ ਰਚਨਾ ਹੈ। ਦੇਸੀ ਮਹੀਨਿਆਂ ਦੇ ਵੰਡ ਮੁਤਾਬਕ ਹਾੜ ਦਾ ਮਹੀਨਾ ਚੌਥਾ ਮਹੀਨਾ ਬਣਦਾ ਹੈ ਜੇ ਅਸੀਂ ਦੇਸੀ ਕੈਲੰਡਰ ਦੇ ਅਕੋਰਡਿੰਗਲੀ ਦੇਖਦੇ ਹਾਂ। ਪਰ ਬਾਣੀ ਦੀ ਗਿਣਤੀ ਦੇ ਵਿੱਚ 5ਵਾਂ ਪਦਾ ਬਣਦਾ ਹੈ ਕਿਉਂਕਿ 2 ਐਕਸਟਰਾ ਸਟੰਜਾਸ ਹੈਗੇ ਨੇ ਇਸ ਬਾਣੀ ਦੇ ਵਿੱਚ। ਕਿਉਂਕਿ ਰਚਨਾ ਦਾ ਸਿਰਨਾਮਾ 12 ਮਾਹ ਹੈ, 12 ਮੀਨ 12 ਮਾਹ ਮੀਨ ਮਹੀਨੇ, ਮੰਥਸ। ਪਰ ਜਿਹੜੇ ਪਦੇ ਨੇ 2014 2 ਐਕਸਟਰਾ ਪਦੇ ਨੇ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਬਾਨ 'ਚ ਕਹਿੰਦੇ ਹਾਂ। 1 ਇਜ਼ ਇੰਟਰੋਡਕਟਰੀ ਐਂਡ ਲਾਸਟ 1 ਇਜ਼ ਕਨਕਲੂਡਿੰਗ। ਭਾਵ ਇੱਕ ਕਨਕਲੂਜਨ ਕਰ ਰਿਹਾ ਹੈ, ਇੱਕ ਉਸ ਦੀ ਪਰਿਚਿਆਤਮਕ ਪੱਖ ਦੇ ਨਾਲ ਇੰਟਰੋਡਕਸ਼ਨ ਦੇ ਰਿਹਾ ਹੈ, ਜਿਹਨੂੰ ਅਸੀਂ ਸਾਹਿਤਕ ਭਾਸ਼ਾ 'ਚ ਇਸ ਤਰ੍ਹਾਂ ਕਹਿੰਦੇ ਹਾਂ। ਇੱਕ ਉਪਮੇਹ ਦਾ ਹੈ, ਇੱਕ ਉਪਸਹਾਰ ਦਾ ਹੈ। ਸੋ ਇਹ 2 ਪਦੇ ਨੇ ਜੋ ਇਹ 12ਵਾਂ ਰਚਨਾ ਹੈ। ਇਸ ਸਾਰੇ ਦੇ ਵਿੱਚ ਪਹਿਲਾ ਤੇ ਜੋ ਸੰਦੇਸ਼ ਹੈ ਉਹ ਹੈ ਕਿ ਮਨੁੱਖ ਨੂੰ ਅਹਿਸਾਸ ਹੋਏ ਕਿ ਮੇਰਾ ਵਿਛੋੜਾ ਮੇਰੇ ਸਿਰਜਣਹਾਰ ਓਅੰਕਾਰ ਤੋਂ ਹੋ ਗਿਆ ਹੈ। ਸੋ ਉਸ ਕਰਤੇ ਤੋਂ ਮੇਰੇ ਵਿਛੋੜੇ ਕਰਕੇ ਮੇਰੇ ਜੀਵਨ ਦੀ ਤਰਜ਼, ਜਿਹਨੂੰ ਅਸੀਂ ਵੇ ਆਫ ਲਾਈਫ ਕਹਿੰਦੇ ਹਾਂ, ਤਰਜ਼ੇ ਜ਼ਿੰਦਗੀ, ਉਹ ਇੰਪੈਕਟ ਹੋਈ ਹੈ, ਉਹਦੇ 'ਤੇ ਪ੍ਰਭਾਵ ਪਿਆ ਹੈ, ਉਹ ਬਦਲ ਗਈ ਹੈ। ਮੁਝ ਨੂੰ ਪਦਾਰਥ, ਮਾਇਆ, ਵਕਾਰ, ਅਰਾਜਕਤਾ, ਸੰਸਾਰ ਦਾ ਕੂੜ ਇਹ ਬਹੁਤ ਪਿਆਰਾ ਲੱਗਦਾ ਹੈ। ਮੁਕਾਬਲਤਨ ਇਸ 'ਤੇ ਸੱਚ, ਸਨੇਹ, ਮੁਹੱਬਤ, ਤਿਆਗ, ਬੈਰਾਗ, ਸ਼ੁਭ ਗੁਣ ਇਹ ਨਹੀਂ ਚੰਗੇ ਲੱਗਦੇ। ਸੋ ਇੱਥੋਂ ਪਤਾ ਲੱਗਾ ਮੈਂ ਵਿਛੜ ਗਿਆ ਹਾਂ, ਮੈਨੂੰ ਵਿਛੋੜਾ ਹੋ ਗਿਆ ਹੈ। ਤੇ ਉਸ ਵਿਛੋੜੇ ਦੇ ਵਿੱਚ ਬੜੀ ਵੇਦਨ ਹੈ, ਬੜੀ ਪੀੜਾ ਹੈ। 12 ਮਾਹ ਇਹਨੂੰ ਬਿਆਨ ਕਰਦਾ ਹੈ। ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦੈਂਦਿਸ ਪਰਮੇ ਥਕੇ ਆਏ ਪ੍ਰਭ ਕੀ ਸ਼ਾਮ, ਤੈਨ ਦੁਦੈ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਬਿਨ ਸਾਹ ਕੋ ਮਿਲਾਵਤੀ ਉਪਜੈ ਨਾ ਹੀ ਦਾਮ। ਕਿਆ ਹਾਲਤ ਕੀ ਹੈ ਜਿਵੇਂ ਸੁੱਕੀ ਬਨਸਪਤੀ ਦੀ ਹੁੰਦੀ ਹੈ। ਹਾਲਤ ਕੀ ਹੈ ਜਿਵੇਂ ਦੁਧਾਰੂ ਪਸ਼ੂ ਦਾ ਦੁੱਧ ਦੇਣ ਦਾ ਗੁਣ ਖੋ ਲਿਆ ਜਾਂਦਾ ਹੈ। ਮੈਂ ਭਟਕ ਰਿਹਾ ਹਾਂ, 4 ਕੁੰਟ ਦੈਂਦਿਸ ਪਰਮੇ, ਕੋਈ ਮੈਨੂੰ ਸਹਾਰਾ ਨਹੀਂ 4 ਚੁਪੇ। ਸੋ ਇਸ ਕਿਸਮ ਦਾ ਇੱਕ ਵੇਦਨ ਦਾ, ਉਸ ਹਿਜਰ ਦੇ ਵਿੱਚ, ਵਿਛੋੜੇ ਦੇ ਵਿੱਚ ਜੋ ਸੱਲ ਹੈ, ਜੋ ਉਹਦੀ ਸਫਰਿੰਗ ਹੈ, ਜੋ ਉਹਦੀ ਪੇਨ ਆ, ਉਹ ਬੜੀ ਐਕਸਟਰੀਮ ਆ। ਉਸ ਤੋਂ ਬਾਅਦ ਫਿਰ ਜਿਹੜਾ ਪਹਿਲਾ ਪਦਾ ਪ੍ਰਾਰੰਭ ਹੁੰਦਾ ਹੈ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ। ਇੱਥੋਂ ਬਾਅਦ ਪ੍ਰਾਰੰਭ ਕਰਦੇ ਨੇ ਗੁਰੂ ਮਹਾਰਾਜ ਕੀ ਹੋਪਲੈਸ ਨਾ ਹੋ। ਹੋਪ ਹੈ, ਉਮੀਦ ਹੈ। ਹੋਪ ਕੀ ਹੈ ਕਿ ਚੇਤ ਗੋਬਿੰਦ ਅਰਾਧਿਆ, ਉਸ ਗੋਬਿੰਦ ਦੀ ਆਰਾਧਨਾ ਕਰ, ਉਸ ਨੂੰ ਚੇਤੇ ਕਰ। ਹੋਵੇ ਆਨੰਦ ਘਣਾ, ਜੋ ਘਣੇ ਆਨੰਦ ਦਾ ਮਾਲਕ ਹੈ। ਜਿਸ ਨੇ ਬਾਣੀ 'ਚ ਇਸ ਤਰ੍ਹਾਂ ਵੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਸਭ ਸੁਖ ਦਾਤਾ ਰਾਮ ਹੈ ਦੂਸਰ ਨਾ ਹਨ ਕੋਈ। ਮੀਨ ਉਹ ਘਣੇ ਆਨੰਦ ਦਾ ਸੋਮਾ, ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਹਦਾ ਅਹਿਸਾਸ, ਉਸ ਦੇ ਨਾਲ ਜੀਵਨ ਆਪਣਾ ਜੋੜ। ਸੋ ਇੱਥੋਂ ਫਿਰ ਬਾਤ ਮਹਾਰਾਜ ਅੱਗੇ ਤੋਰਦੇ ਨੇ। ਫਿਰ ਜਿਵੇਂ ਥੋੜ੍ਹਾ ਅੱਗੇ ਵੱਧਦੇ ਹਾਂ, ਵੈਸਾਖ ਧੀਰਣ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਛੋ। ਵਿਛੋੜਾ ਕਿਤੇ ਗਿਆ ਥੋੜ੍ਹਾ ਆ, ਵਕਤੀ ਤੌਰ 'ਤੇ ਉਮੀਦ ਮਿਲੀ ਹੈ, ਹੋਪ ਮਿਲੀ ਹੈ, ਆਸ ਮਿਲੀ ਹੈ। ਪਰ ਉਸ ਆਸ ਦੇ ਬਾਵਜੂਦ ਵੀ ਧੀਰਜ ਨਹੀਂ ਬਚਦਾ, ਦਿਲ ਟੁੱਟਦਾ ਵਾਰ-ਵਾਰ। ਫਿਰ ਅਹਿਸਾਸ ਹੁੰਦਾ ਕਿਉਂ ਨਹੀਂ ਮੈਂ ਉਸ ਮੁਕਾਮ 'ਤੇ ਪਹੁੰਚਦਾ, ਕਿਉਂ ਨਹੀਂ ਮੈਂ ਉਸ ਆਨੰਦ ਦੀ ਅਵਸਥਾ 'ਚ ਪਹੁੰਚਦਾ। ਇਸ ਨੂੰ ਹੋਰ ਇਸ ਤਰ੍ਹਾਂ ਲੈ ਲਿਆ ਜਾਏ, ਜਿਵੇਂ ਬੀਇੰਗ ਏ ਸਿੱਖ ਜੇ ਅਸੀਂ ਥੋੜ੍ਹੇ ਅਵੇਅਰ ਹੋਈਏ ਤਾਂ ਆਪ ਬਾਣੀ ਪੜ੍ਹੋ,
जपजी साहब तो लै लेना, बहुत शुरुआती बुनियादी बाणी साडी। आप ये लगातार 8 पौड़ियां पढ़ते हो, खास करके 4 सुनिया दियां, उन्हों का मुकामी संदेश देखो की है। नानक भगतां सदा विगास, सुनिया दुख पाप का नास। साडी आम जिंदगी दे विच 2 चीज़ां बहुत सानू बॉदर करदियां ने, बड़ियां सानू डिस्टर्ब ते डिस्ट्रैक्ट करदियां ने। वन इज दुख, जिन्होंने मैं जो हुणे बिनती की, सफरिंग। दूसरा पाप, काइंड ऑफ इनएप्रोप्रिएट एक्ट विच वी ऑल डू टाइम टू टाइम, बट एट द सेम टाइम वी फील गिल्ट आफ्टर डूइंग इट। दैट इज पाप। हो गया, फिर बंदे नूं एहसास हुंदा है, मैं गुस्सा किया, मैं एवें बोलिया, क्यों बोलिया, मैं खिजिया, किसी नाल क्यों खिजिया, मैं किसी खास अपने सोच दे, अपने किसी प्रभाव हेठ, भावें उस किसी भी अपनी मनोकल्पित उस हालत दे विच कोई अमल कर दिता, किसी की चुगली करती, ईर्खा वस, द्वैख वस कुछ करता, ओह ये की करता। सो ये चीज़ सानू तंग करती। इत्थे पता लगा बाबा जी कहते ये चीज़ खत्म हो जाएगी। नानक भगतां सदा विगास, सुने दुख पाप का नाश, नाश हो जाएगा ਇਹਦਾ। जे बंदा अवेयर होए तो सोचे ये चीज़ां मेरा विनाश कर रही ने, पर बाबा जी कहते इन्हां चीज़ों का भी विनाश हो सकता है, ये चीज़ें खत्म हो सकदियां ने। ये क्यों नहीं मैनूं प्राप्त हो रही, क्यों नहीं मैं इत्थों तक पहुँच पा रहा, ये बारे अवेयर होना। थिंग्स आर हेयर। बाबा जी इज प्रेजेंटिंग दोज आइडियाज इन गुरु ग्रंथ साहिब महाराज, इन गुरबाणी। I'm reading them, I'm reciting them, but somehow I'm not able to exercise them, not able to see the final result. What is the actually missing part? ਕਿਹੜੀ ਚੀਜ਼ ਆ ਜਿਹਦੇ ਕਰਕੇ ਕਨੈਕਸ਼ਨ ਨਹੀਂ ਬਿਲਡ ਹੋ ਪਾ ਰਿਹਾ। ਸੋ ਜਦੋਂ ਇਹਦੇ ਬਾਬਤ ਅਸੀਂ ਬਾਤ ਕਰਦੇ ਹਾਂ, ਫਿਰ ਮਹਾਰਾਜ ਬਿਆਨ ਕਰਦੇ ਵੀ ਡੈਫੀਨੇਟਲੀ ਇੱਕ ਤੇ ਇਹ ਹੈ ਕਿ ਤੇਰਾ ਡੈਡੀਕੇਸ਼ਨ ਹੋਣਾ ਚਾਹੀਦਾ, ਜਿਹਨੂੰ ਅਸੀਂ ਪਿਛਲੇ ਮਹੀਨੇ ਦੇ ਸਰਨਾਵੇਂ ਹੇਠ ਪੜ੍ਹਿਆ ਸੀਗਾ कि हर जेठ जुड़न दा लोड़ी है, जिस अगे सब निवन, उहदे नाल जुड़, उस हाईएस्ट सोर्स के नाल जिहड़ा खुशी दिंदा, सुख दिंदा, चाह दिंदा, नो डाउट, पर वो बहुत ज़्यादा मददगार भी है, हैल्पफुल भी है। जो उहदे नाल सांझ बन जाएगी, वकार सफरिंग घट जाएगी, क्योंकि वो श्रेष्ठ आ, उस सुपीरियर आ। सो इत्थे बात अगे तुर रही सीगी। अज उसे कह लीए डायरैक्शन दे विच नैक्सट सानू पता मिलिया है, आसाड़ तपंदा तिस लगा है, हर नाह ना जिन्ना पास। गुरबाणी मल्टी लेयर्स विच मैसेज डिलीवर करती है, इहदियां मल्टी डायमैंशनस ने। तुसीं जो देखते हो पंजाब की फिजाएं चो असीं आए हाँ, पंजाब के खिते नूं गुरु साहब ने अपनी होंद नाल, अपनी आमद नाल उसनूं अमर कर दिता। उत्थों की बोली, उत्थों का कल्चर, सभ्याचार, हर चीज़ उस खिते का जो नेटिव एनवायरमेंट आ। इन्हां दिनां दे विच जदों हाड़ दे दुपहरे ते हाड़ की गर्मी लगती है, जिन्हां लोगों ने उत्थों के माहौल नूं वेख्या है, असीं नॉर्थ अमेरिका च रह रहे हैं, टैंपरेचर किते 25, 26, 27 तो उत्ते जान लगे तो असीं शुरू कर देने भी ओहो AC क्यों नहीं चल रहा, घट क्यों चल रहा है। लोगों नूं इत्थे 30 के नेड़े टैंपरेचर के कार जिहड़ी है बिना AC तो चलानी औखी हो जाती है। आप कभी सोच के देखो 40+ टैंपरेचर की हालत होंदी होगी। सो उन्हां समयां दे विच फिर ये नहीं कि जस्ट ये है भी चलो टाइम पास करना है, अज ह्यूमिड बहुत आ तो अज एक काम करो, अज सारे कामां नूं बंद कर दिओ, ते जिहड़े मॉल्स ने या होर जगह ने उत्थे अनाउंसमेंट कर दिओ, भाई तुसीं जे कूल फील करना है तो उत्थे पहुँच जाओ, उत्थे पहुँच जाओ। कुछ शेल्टर गौरमेंट सिटी ओन कर दी इस तरीके नाल। ये तो तुसीं इत्थे देखदे हो, उत्थे उस हालत दे विच ते हकीकत ये है, खेतां च भी काम करना है, मजदूरी भी करनी है, घरां थावां ते भी काम करना है, सब चीज़ां होणियां ने। इस सारे दे विच इस सारी जो है गर्मी नूं हटाउणा अपने पिंडे दे उत्ते। जिन्हां लोगों ने एक्सपीरियंस किया है, जिन्हां लोगों ने जीविया है, उन्होंने पता है इस सारी गर्मी दे विच बंदे दी हालत की हुंदी है। हुण जो तुसीं तन ते हंडाउंदे हो तो सपोज करो तन ते यह है कि बाहर दी सूरज की तपश आ, गर्मी पै रही है, चलो होर कुछ नहीं, ठंडा पानी पीने नूं मिल जाएगा, कुछ सकंजवी मिल जाएगी, कुछ बिरखां दी छां मिल जाएगी, कुछ पखा,
ਪੁਰਾਣੇ ਸਮੇਂ ਛੋਟੇ ਹੁੰਦੇ ਸੀ, ਅੱਜ ਉਹਨਾਂ ਦਾ ਤਰੀਕਾ ਬਦਲ ਗਿਆ। ਅੱਜ ਕੱਲ੍ਹ ਵਾਤਾਨੁਕੂਲਿਤ ਬਿਲਕੁਲ ਜਿਹੜਾ ਹੈਗਾ ਸਾਨੂੰ ਕੂਲ ਕੰਡੀਸ਼ਨਸ ਪ੍ਰੋਵਾਈਡ ਕਰਨ ਵਾਸਤੇ, ਸਾਨੂੰ ਕੰਫਰਟ ਪ੍ਰੋਵਾਈਡ ਕਰਨ ਵਾਸਤੇ ਏਅਰ ਕੰਡੀਸ਼ਨਿੰਗ ਅਤੇ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਉਸ ਤਰੀਕੇ ਨਾਲ। ਚਲੋ ਸਾਡੀ ਕੁਝ ਸਫਰਿੰਗ ਉੱਥੇ ਘੱਟ ਸਕਦੀ ਹੈ ਇਸ ਤਰੀਕੇ ਨਾਲ, ਪਰ ਇਹ ਹਾਲਤ ਇਕੱਲੀ ਤਨ ਦੀ ਨਹੀਂ ਨਾ, ਮਨ ਦੀ ਵੀ ਹੋ ਸਕਦੀ ਹੈ। ਜਦੋਂ ਮਨ ਤੜਪਦਾ ਹੈ ਕਿਸੇ ਖਾਸ ਗਰਮਾਇਸ਼ ਦੀ ਹਾਲਤ ਵਿੱਚ, ਤੇ ਉਹ ਗਰਮਾਇਸ਼ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ 'ਚ ਬਾਣੀ 'ਚ ਪੜ੍ਹੋ, ਮਹਾਰਾਜ ਕਹਿੰਦੇ ਜਿਹੜਾ ਅਗਨ ਬਰਾਬਰ ਤਪੈ। ਆਪਨੇ ਦੇਖਿਆ ਹੋਣਾ ਲੋਕੀ ਕਹਿ ਦਿੰਦੇ ਓ ਹੋ ਅੱਜ ਤੇ ਤੰਦੂਰ ਹੀ ਤਪ ਰਿਹਾ, ਅੱਜ ਤੇ ਅੱਗ ਹੀ ਬਲ ਰਹੀ ਹੈ, ਅੱਜ ਤੇ ਭਾਂਬੜ ਮੱਚ ਰਹੇ ਨੇ। ਲਿਟਰਲੀ ਤੌਰ ਤੇ ਭਾਂਬੜ ਨਹੀਂ ਮੱਚ ਰਹੇ ਹੁੰਦੇ, ਤੰਦੂਰ ਨਹੀਂ ਤਪ ਰਿਹਾ ਹੁੰਦਾ, ਪਰ ਜਿਹੋ ਜੀ ਹਾਲਤ ਹੁੰਦੀ ਹੈ ਉਸ ਮੈਟਾਫੋਰ ਵਿੱਚ ਬਿਆਨ ਕੀਤੀ ਜਾ ਸਕਦੀ ਵੀ ਇੰਨੀ ਗਰਮੀ ਹੈ। ਜਿਹੜਾ ਅਗਨ ਬਰਾਬਰ ਤਪੈ, ਅੱਗ ਦੇ ਬਰਾਬਰ ਹੀ ਤਪ ਰਿਹਾ, ਅੱਗ ਤੇ ਨਹੀਂ ਪਰ ਅੱਗ ਤੋਂ ਘੱਟ ਵੀ ਨਹੀਂ, ਮੱਚ ਰਿਹਾ, ਅੱਗ ਲੱਗੀ ਪਈ। ਹਾਲਤ ਇਹ ਹੈ ਕਿ ਜੋ ਮਨ ਚਾਹੁੰਦਾ ਉਹ ਹੁੰਦਾ ਨਹੀਂ, ਜੋ ਹੋ ਰਿਹਾ ਉਹ ਅੰਦਰ ਸਹਿ ਨਹੀਂ ਹੁੰਦਾ। ਕੀ ਕਰੇ ਬੰਦਾ? ਅਜੀਬ ਤੜਪਣਾ ਹੈ। ਇੱਥੋਂ ਇਹਨੂੰ ਸਾਹਿਬ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ, ਜੀਓ ਤਪਤ ਹੈ ਆਪਣਾ ਕੈਸਿਓ ਕਰੀ ਪੁਕਾਰ। ਜਿੰਦ ਤੜਪ ਰਹੀ ਏ ਤੇ ਰੋਵਾਂ ਤੇ ਕਿਦੇ ਅੱਗੇ ਰੋਵਾਂ, ਜਾ ਕੇ ਪੁਕਾਰ ਕਰਾਂ ਤੇ ਕਿਦੇ ਅੱਗੇ ਕਰਾਂ, ਕਿਹਨੂੰ ਕਹਾਂ ਮੇਰੀ ਇਸ ਵੇਦਨ ਨੂੰ ਦੇਖ। ਜੀਓ ਤਪਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਇਸ ਦੁੱਖ ਤੋਂ ਬਚਣ ਵਾਸਤੇ ਉਹਦੀ ਸੇਵਾ 'ਚ ਲੱਗ ਜਾ ਜੋ ਸਦਾ ਤੋਂ ਲੈ ਕੇ ਸਦਾ ਤੱਕ ਦਾਤਾਰ ਹੈ। ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਣਾ, ਤੁਸੀਂ ਸੰਸਾਰੀ ਜੀਵਾਂ ਸੀ, ਗਰਮੀ ਲੱਗੇ ਕਿਸੇ ਨੂੰ ਕਹੋ ਮੈਨੂੰ ਗਲਾਸ ਪਾਣੀ ਦਾ ਦੇ ਦੇ, ਉਹ ਪਾਣੀ ਪਿਆ ਦੇਗਾ, ਹੋ ਸਕਦਾ ਗਿਲਾਸ। ਕਿਸੇ ਨੂੰ ਕਹੋ ਥੋੜ੍ਹੀ ਦੇਰ ਲਈ ਕੁਝ ਠੰਡਕ ਲੈਣ ਵਾਸਤੇ ਮੈਨੂੰ ਕਿਸੇ ਠੰਡੀ ਜਗ੍ਹਾ 'ਤੇ ਬਹਿਣ ਦੇਗਾ। ਤੁਸੀਂ ਵਾਰ-ਵਾਰ ਇਹਦੀ ਮੰਗ ਕਰੋ ਕਿ ਮੈਨੂੰ ਵਾਰ-ਵਾਰ ਪਾਣੀ ਪਿਆ, ਮੇਰੀ ਵਾਰ-ਵਾਰ ਸੇਵਾ ਕਰ। ਅਗਲਾ ਅੱਕ ਜਾਏਗਾ, ਥੱਕ ਜਾਏਗਾ ਕਿ ਖਬਰਦਾਰ ਭਾਈ ਮੈਂ ਤੇਰੀ ਸੇਵਾ 'ਚ ਨਹੀਂ ਲੱਗਾ ਹੈਗਾ। ਜੋ ਅੱਕਦਾ ਨਹੀਂ, ਜੋ ਥੱਕਦਾ ਨਹੀਂ, ਜੋ ਹਰ ਵਕਤ ਠੰਡਕ ਪਹੁੰਚਾ ਸਕਦਾ ਹੈ, ਉਹ ਕੌਣ ਹੈ? ਸਦਾ ਸਦਾ ਦਾਤਾਰ, ਸਦਾ ਤੋਂ ਲੈ ਕੇ ਸਦਾ ਤੱਕ ਮਿਹਰ ਕਰਨ ਵਾਲਾ ਦਾਤਾ। ਸਾਹਿਬ ਕਹਿੰਦੇ ਉਹਦੇ ਨਾਲ ਜੁੜੀ, ਜੀੜੇ ਦੀ ਤੜਪਣਾ ਘਟੇਗੀ। ਅੱਜ ਦੇ ਮਾਹੌਲ ਵਿੱਚ ਕੋਵਿਡ-19 ਹੋਇਆ, ਕੋਈ 15 ਮਹੀਨੇ ਹੋ ਗਏ, ਲੋਕ ਸਫ਼ਰ ਕਰ ਰਹੇ ਨੇ। ਘਰਾਂ ਦੀ ਹਾਲਤ ਕੀ ਹੈ? ਇਕੱਲੇ ਅਜੇ ਤੇ ਪੂਰੇ ਕੈਨੇਡਾ ਦਾ ਜਾਂ ਨਾਰਥ ਅਮਰੀਕਾ ਦਾ ਡਾਟਾ ਅਨਾਲਿਸਿਸ ਹੋਏਗਾ ਆਉਂਦੇ ਸਮੇਂ 'ਚ। ਲੰਡਨ ਦੇ ਆਲੇ ਦੁਆਲੇ ਤੇ ਲੰਡਨ ਸਿਟੀ ਦਾ ਕੁਝ ਡਾਟਾ ਅਨਾਲਿਸਿਸ ਹੋਇਆ ਸੀਗਾ। 911 ਰਿਲੇਟਡ ਕਾਲਸ ਦੇ ਉੱਤੇ ਡੋਮੈਸਟਿਕ ਪ੍ਰੋਬਲਮ ਕਰਕੇ ਆਪ ਹੈਰਾਨ ਹੋਵੋਗੇ, ਇਤਨਾ ਵੱਡਾ ਇਜ਼ਾਫਾ ਹੋ ਗਿਆ ਇਹ ਪਿਛਲੇ ਸਮੇਂ ਦੇ ਵਿੱਚ। ਡੋਮੈਸਟਿਕ ਇਨਵਾਇਰਮੈਂਟ ਦੇ ਵਿੱਚ ਜਿਹੜੀ ਹੈ ਲੋਕਾਂ ਦੁਆਰਾ ਐਮਰਜੈਂਸੀ ਕਾਲ ਕੀਤੀ ਗਈ, ਸਿੱਧੇ ਤੌਰ 'ਤੇ ਇੰਟਰਵੈਂਸ਼ਨ ਲਈ ਵੀ ਘਰ ਆਓ ਸਾਡੇ, ਨਹੀਂ ਤੇ ਅਸੀਂ ਲੜ ਕੇ ਮਰ ਜਾਵਾਂਗੇ। ਇਹ ਹਾਲਤ ਇਹ ਹੋਏਗੀ। 911 ਇਹੀ ਤੜਪਣਾ, ਇਹੀ ਹੈ ਹਾਊਸ ਔਨ ਫਾਇਰ ਕਹਿ ਲਓ ਤੁਸੀਂ। ਇਹ ਹਾਲਤ ਸਾਰੀ ਦੀ ਸਾਰੀ ਹੈ, ਦੱਸਦੀ ਹੈ ਬੰਦੇ ਦੀ ਮਾਨਸਿਕ ਦਸ਼ਾ ਕੀ ਹੈ, ਬੰਦੇ ਦੇ ਅੰਦਰ ਦੀ ਹਾਲਤ ਕੀ ਹੈ। ਸੋ ਸਾਹਿਬ ਮਹਾਰਾਜ ਬਿਆਨ ਕਰਦੇ, ਜੇ ਇਹੋ ਜਿਹਾ ਆਸਾੜ, ਜੇ ਇਹੋ ਜਿਹੀ ਗਰਮੀ ਤੇਰੇ ਅੰਦਰ ਵੱਧ ਰਹੀ ਹੈ, ਤੇਰੇ ਅੰਦਰ ਇਸ ਕਿਸਮ ਦੀ ਤਪਸ਼ ਹੈ, ਤੇ ਭਾਈ ਆਹ ਸੰਦੇਸ਼ ਤੇਰੇ ਵਾਸਤੇ ਹੈ। ਆਸਾੜ ਤਪੰਦਾ ਤਿਸ ਲੱਗਾ ਹੈ। ਇਹ ਤਪਸ਼ ਅੰਦਰ ਦੀ ਤਾਂ ਲੱਗ ਰਹੀ ਹੈ ਕਿਉਂਕਿ ਬਾਹਰ ਤੇ ਚਲੋ ਸੂਰਜ ਚੜ੍ਹ ਗਿਆ, ਮੌਸਮ ਬਦਲ ਗਿਆ, ਰੁੱਤ ਆ ਗਈ ਤੇ ਗਰਮੀ ਹੋਏਗੀ। ਠੀਕ ਹੈ ਭਾਈ, ਉਹਨੂੰ ਸਫ਼ਰ ਕਰੋ, ਉਹਨੂੰ ਉਸ ਰੂਪ ਵਿੱਚ ਬਰਦਾਸ਼ਤ ਕਰੋ, ਜੀਓ। ਪਰ ਅੰਦਰ ਤੇ ਬਦਲਣ ਉਸ ਕਿਸਮ ਦਾ ਕੁਝ ਨਹੀਂ ਨਾ ਹੋਇਆ। ਅੰਦਰ ਤੇ ਹਾਲਾਤ ਜਿਹੜੇ ਨੇ ਉਹਨਾਂ ਨੂੰ ਪ੍ਰੋਸੈਸ ਜਿਵੇਂ ਕਰ ਰਹੇ ਆ, ਉਸੇ ਤਰੀਕੇ ਨਾਲ ਚੀਜ਼ਾਂ ਅੰਦਰ ਚੱਲ ਰਹੀਆਂ ਨੇ। ਇਹ ਬਿਲਕੁਲ ਉਹੀ ਸਮਾਂ ਬੀਤੇ ਕੱਲ ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਹਾਦਤ ਪੁਰਬ ਜਿਹੜਾ ਹੈਗਾ ਸਮਾਗਮ 'ਚ ਸਮਰਪਿਤ ਸੀਗੇ, ਉਹਦੇ 'ਚ ਅਸੀਂ ਪਾਰਟੀਸਪੇਟ ਕਰ ਰਹੇ ਸੀ। ਜਦੋਂ ਸੂਰਜ ਤਪ ਰਿਹਾ, ਦੁਪਹਿਰੀ ਤਪ ਰਹੀ ਹੈ, ਚਾਰ ਚੁਫੇਰੇ ਅੱਗ ਵਰ ਰਹੀ ਹੈ, ਤੇ ਕੱਲੀ ਉੱਥੇ ਨਹੀਂ, ਮਨੁੱਖਾਂ ਦੇ ਦਿਲਾਂ ਵਿੱਚ ਅੱਗ ਵਰ ਰਹੀ ਹੈ। ਜਹਾਂਗੀਰ ਵਰਗਿਆਂ ਦੇ, ਮੁਰਤਜ਼ਾ ਖਾਨ ਵਰਗਿਆਂ ਦੇ, ਸ਼ੇਖ ਅਹਿਮਦ ਸਰਹੰਦੀ ਵਰਗਿਆਂ ਦੇ, ਕਾਜ਼ੀ ਮੁਲਾਣਿਆਂ ਦੇ, ਚੰਦੂ ਵਰਗਿਆਂ ਦੇ। ਤੇ ਫਿਰ ਇਸ ਸਾਰੇ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ, ਬਲਦੀ ਅੱਗ ਤੇ, ਮਤਲਬ ਤੱਤੀ ਰੇਤ ਦੇ ਕੜਛੇ ਭਰ ਕੇ ਗੁਰੂ ਸਾਹਿਬ ਦੇ ਸੀਸ 'ਚ ਪਾਏ ਗਏ। ਇਹ ਸਭ ਚੀਜ਼ਾਂ ਹੋਈਆਂ, ਪਰ ਅੰਦਰ
ਤਪਸ਼ ਨਾਂ ਦੀ ਥਾਂ ਹੀ ਕੋਈ ਨਹੀਂ ਹੈ, ਬਿਲਕੁਲ ਠੰਡਕ। ਬੰਦਾ ਕਹਿੰਦਾ ਜਦੋਂ ਆਲੇ ਦੁਆਲੇ ਦੇ ਹਾਲਾਤ ਮੇਰੇ ਮੁਤਾਬਕ ਨਾ ਹੋਣ ਤੇ ਫਿਰ ਭਾਈ ਮੇਰਾ ਕੰਟਰੋਲ ਨਹੀਂ ਰਹਿੰਦਾ। ਥਿੰਗਸ ਟ੍ਰਿਗਰ ਮੀ ਐਂਡ I got a level where I cannot control my anger, I cannot control my frustration, I cannot control my resentment, and due to that reason I speak like that. Due to that reason I actually use bad language. Due to that reason I become violent. But here in Guru Arjan Sahib's case, nothing is happening like that. Everything is totally opposite. So ਇਹ ਕੀ ਹੈ? ਇਹ ਹੈ ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਗੁਰੂ ਹੈ ਨਾ, ਉਹ ਇੱਕ ਐਸੀ ਰੌਸ਼ਨੀ ਹੈ ਜਿਹੜੀ ਚਾਨਣ ਤੇ ਬਹੁਤ ਦਿੰਦੀ ਹੈ, ਪਰ ਚਾਨਣ ਦੇਣ ਦੇ ਨਾਲ ਨਾਲ ਉਹ ਬਿਲਕੁਲ ਸ਼ੀਤਲ ਵੀ ਰਹਿੰਦੀ ਹੈ, ਠੰਡੀ ਰਹਿੰਦੀ ਹੈ। ਗੁਰੂ ਜਿਹੜਾ ਆ, ਗੁਰ ਹਿਵੈ ਘਰ ਆ, ਗੁਰ ਦੀਪਕ ਤਿਹ ਲੋਏ, ਉਹ ਤਿੰਨਾਂ ਘਰਾਂ ਦਾ ਦੀਵਾ ਵੀ ਹੈ। ਪਰ ਹਿਵੈ ਕਹਿੰਦੇ ਨੇ ਬਰਫ਼ ਨੂੰ, ਬਿਲਕੁਲ ਸ਼ੀਤਲ। ਅੱਜ ਅਸੀਂ ਇਨੋਵੇਟਿਵ ਵਰਲਡ 'ਚ ਆਏ ਹਾਂ, ਸਾਨੂੰ ਇਹੋ ਜਿਹੀ ਲਾਈਟਸ ਵਗੈਰਾ ਲੱਭ ਜਾਂਦੀਆਂ ਨੇ, ਮਿਲ ਜਾਂਦੀਆਂ ਨੇ, ਜਿਨ੍ਹਾਂ ਨੂੰ ਤੁਸੀਂ ਜਗਾਉਂਦੇ ਹੋ ਤੇ ਉਹਨਾਂ ਨੂੰ ਹੱਥ ਲਗਾ ਕੇ ਦੇਖੋ, ਉਹ ਗਰਮ ਨਹੀਂ ਹੁੰਦੀਆਂ। ਅਦਰਵਾਈਜ਼ ਜਦੋਂ ਕੋਈ ਚੀਜ਼ ਰੌਸ਼ਨੀ ਦਿੰਦੀ ਹੈ, ਜਦੋਂ ਕੋਈ ਚੀਜ਼ ਚਾਨਣ ਦਿੰਦੀ ਹੈ, ਉਹ ਚਾਨਣ ਤੇ ਦੇਗੀ, ਨਾਲ ਬਲੇਗੀ ਵੀ, ਨਾਲ ਭਾਂਬੜ ਵੀ ਮੱਚੇਗਾ। ਬੰਦਾ ਜਿੰਨਾ ਜ਼ਿੰਦਗੀ ਦੇ ਬਾਰੇ ਸੀਰੀਅਸ ਹੋਏਗਾ, ਜਿੰਨਾ ਆਲੇ ਦੁਆਲੇ ਦੇ ਪ੍ਰਤੀ ਫਿਕਰਮੰਦ ਹੋਏਗਾ, ਜਿੰਨਾ ਆਰ ਪਰਿਵਾਰ ਦੇ ਪ੍ਰਤੀ ਜ਼ਿਆਦਾ ਸੋਚੇਗਾ, ਉਤਨਾ ਤੜਪੇਗਾ ਵੀ। ਕਿਉਂਕਿ ਜ਼ਿਆਦਾ ਸੋਚਦਾ ਸਭ ਕੁਝ ਮੇਰੇ ਮੁਤਾਬਕ ਚੱਲੇ, ਠੀਕ ਚੱਲੇ, ਚੱਲਦਾ ਨਹੀਂਗਾ, ਅੰਦਰ ਅੱਗ ਲੱਗਦੀ, ਹੱਦ ਹੋ ਗਈ, ਆਹ ਚੀਜ਼ ਹੁੰਦੀ ਹੈ। ਪਰ ਇਹ ਹੈ ਆਪਣਾ ਰੋਲ ਪਲੇ ਕਰਨਾ, ਫਿਰ ਆਪਣਾ ਰੋਲ ਪਲੇ ਕਰਦਿਆਂ ਹੋਇਆਂ ਬਿਲਕੁਲ ਜ਼ੀਰੋ ਐਕਸਪੈਕਟੇਸ਼ਨਸ ਕਰ ਲੈਣੀਆਂ ਆਲੇ ਦੁਆਲੇ ਤੋਂ। ਇਹ ਹੈ ਅਸਲ ਭਗਤੀ, ਇਹ ਹੈ ਆਸਾੜ ਤਪੰਦੇ ਤੋਂ ਬਚਣ ਦਾ ਤਰੀਕਾ। ਤੇ ਜਿਹੜੇ ਇਸ ਸਭ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਸ ਸਾਰੇ ਨੂੰ ਨਹੀਂ ਇੰਜੋਏ ਕਰ ਪਾ ਰਹੇ, ਉਹਦਾ ਇੱਕੋ ਕਾਰਨ ਬਣਦਾ ਹੈ ਹਰ ਨਾਹ। ਸਾਹਿਬ ਕਹਿੰਦੇ ਨਾ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਨਾਹ ਨਹੀਂਗਾ। ਇੱਥੇ ਨਾਹ ਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਖਸਮ ਹੈ, ਪ੍ਰਭੂ ਦਾ ਨਾਮ, ਉਹਦਾ ਪੈ ਭਾਵ। ਜਿਹਨਾਂ ਨੂੰ ਭੁੱਲ ਗਿਆ ਸਤਨਾਮ ਸ਼੍ਰੀ ਵਾਹਿਗੁਰੂ, ਜਿਹਨਾਂ ਨੂੰ ਨਹੀਂ ਯਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਵ, ਉਹਦੀ ਬਾਤ ਕੀਤੀ। ਹਰ ਨਾਹ ਨਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਮਾਨਸ ਸੰਧੀ ਕਾਰ ਕੀ ਤੱਤ ਹੈ, ਜਿਹਨੂੰ ਸਿਕਾ ਕੇ ਕੀ ਦਾਦੇ ਦੀ ਕਿਸ ਤਰੀਕੇ ਨਾਲ ਕਹਿ ਸਕਦੇ ਹਾਂ। ਦੇਖੋ, ਮਨੁੱਖ ਹੀ ਮਨੁੱਖ ਦਾ ਦਾਰੂ ਹੈ, ਮਨੁੱਖ ਹੀ ਮਨੁੱਖ ਦਾ ਮਦਦਗਾਰ ਹੁੰਦਾ ਹੈ, ਮਨੁੱਖ ਹੀ ਮਨੁੱਖ ਦੇ ਨਾਲ ਸਾਂਝ ਪਾ ਕੇ ਕੰਮਾਂ ਕਾਰਾਂ ਨੂੰ ਕਰਦਾ। ਅੱਜ ਤੁਸੀਂ ਸਿੱਧੇ ਤੌਰ 'ਤੇ ਕਾਰਪੋਰੇਟ ਵਰਲਡ 'ਚ ਰਹਿ ਰਹੇ ਹਾਂ। ਕਾਰਪੋਰੇਟ ਵਰਲਡ ਦਾ ਮਤਲਬ ਕੀ ਹੈ? ਕੋਈ ਕੰਮ ਕਰਨਾ ਹੈ, ਲੋਕ ਮਨੀ ਪੂਲ ਕਰਦੇ ਨੇ, ਜਿਹਨੂੰ ਅਸੀਂ ਸਟਾਕ ਐਕਸਚੇਂਜ ਵਿੱਚ ਸ਼ੇਅਰ ਮਾਰਕੀਟ ਕਹਿੰਦੇ ਹਾਂ, ਸ਼ੇਅਰ ਪਾਏ ਜਾਂਦੇ ਨੇ। ਕੋਈ ਤਰੀਕੇ ਮਨੁੱਖ ਰਲ ਕੇ ਕਾਰੋਬਾਰ ਕਰਦੇ ਨੇ। ਡੈਮੋਕ੍ਰੇਸੀ ਦਾ ਮਤਲਬ ਕੀ ਹੈ? ਵੀ ਰਲ ਕੇ ਮਨੁੱਖ ਇੱਕ ਕੋਈ ਇਹੋ ਜਿਹੀ ਅਸੈਂਬਲੀ, ਕੋਈ ਇਹੋ ਜਿਹੀ ਕਾਉਂਸਲ, ਕੋਈ ਪਾਰਟੀ ਖੜੀ ਕਰਦੇ ਨੇ, ਜਿਹਦੇ ਤਹਿਤ ਕੋਈ ਖਾਸ ਆਈਡੀਓਲੋਜੀ ਉਹਨੂੰ ਪ੍ਰਮੋਟ ਕਰਦੇ ਨੇ, ਫਿਰ ਉਹਦੇ ਸਦਕਾ ਸੁਸਾਇਟੀ ਨੂੰ ਉਸ ਪਾਸੇ ਨੂੰ ਜਿਹੜਾ ਹੈਗਾ ਲੀਡ ਕਰਦੇ ਨੇ, ਉਸ ਕਿਸਮ ਦਾ ਸਮਾਜ ਸਿਰਜਣ ਦੀ ਟਰਾਈ ਕਰਦੇ ਨੇ। ਸੋ ਮਨੁੱਖ ਦੀ ਮਨੁੱਖ ਨਾਲ ਸਾਂਝ ਹੈ, ਮਨੁੱਖ ਨੂੰ ਮਨੁੱਖ ਦੀ ਲੋੜ ਹੈ ਇਸ ਰੂਪ ਦੇ ਵਿੱਚ। ਪਰ ਜਦੋਂ ਆਹ ਬਚਨ ਪੜ੍ਹ ਰਹੇ ਹਾਂ ਅਸੀਂ, ਸਭ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਇਹਦਾ ਮਤਲਬ ਮਨੁੱਖਾਂ ਦੁਆਰਾ ਮਨੁੱਖਾਂ ਨੂੰ ਕੋਆਪਰੇਟ ਕਰਨ ਤੋਂ, ਮਨੁੱਖਾਂ ਦੁਆਰਾ ਮਨੁੱਖਾਂ ਨੂੰ ਸਹਿਯੋਗ ਕਰਨ ਤੋਂ, ਕੋਆਰਡੀਨੇਟ ਕਰਨ ਤੋਂ, ਉਹ ਰੋਕਣ ਤੋਂ ਬਾਤ ਨਹੀਂ ਹੈ। ਇੱਥੇ ਬਾਤ ਹੈ ਜਗ ਜੀਵਨ ਪੁਰਖ ਤਿਆਗ ਕੈ। ਜਿਹੜਾ ਜਗਤ ਦਾ ਅਸਲ ਜੀਵਨ ਦਹਿੰਦ ਆ, ਉਹਦੇ ਬਾਬਤ ਸਾਡੇ ਅੰਦਰ ਸਾਡਾ ਮਾਈਂਡਫੁਲ ਹੋਏ, ਅਸੀਂ ਉਸ ਪਾਸੇ ਨੂੰ ਸੋਚਣ ਦੀ ਬਜਾਏ ਮਾਨਸ ਸੰਧੀ ਆਸ, ਮਨੁੱਖਾਂ ਨੂੰ ਕਿਸੇ ਖਾਸ ਮੋਰਲ ਵੈਲਿਊ ਦੇ ਉੱਤੇ ਖੜਾ ਕਰਕੇ ਉਹਨਾਂ ਨੂੰ ਜੱਜ ਕਰੀਏ, ਪਰਖੀਏ। ਬੰਦਾ ਤੇ ਆਪਣੇ ਆਪ ਤੋਂ ਗੱਲ ਸ਼ੁਰੂ ਕਰ ਦਿੰਦਾ, ਆਪਣੇ ਆਪ ਤੋਂ ਐਕਸਪੈਕਟੇਸ਼ਨਸ ਇੰਨੀਆਂ ਹਾਈ ਕਰ ਲੈਂਦਾ ਹੈ ਕਿ ਉਹ ਮੀਟ ਨਹੀਂ ਕਰਦੀਆਂ। ਤੇ ਫਿਰ ਕਈ ਵਾਰੀ ਆਪਣਾ ਆਪਾ ਵੀ ਚੰਗਾ ਨਹੀਂ ਲੱਗਦਾ। ਬੰਦਾ ਕਹਿੰਦਾ ਓ ਹੋ ਮੈਂ ਤੇ ਬਹੁਤ ਮੂਰਖ ਬੰਦਾ ਆ, ਮੈਨੂੰ ਤੇ ਮਤਲਬ ਮੇਰੇ ਤੋਂ ਨਹੀਂ ਕੰਮ ਹੋ ਸਕਦਾ, ਮੈਂ ਨਾ ਕਾਬਲ ਹਾਂ, ਮੇਰੇ ਤੋਂ ਗੱਲ ਨਹੀਂ ਬਣਨੀ। ਸੈਲਫ ਕੌਨਫੀਡੈਂਸ ਲੋਅਰ ਲੈਵਲ ਤੇ ਆਈ ਜਾਂਦਾ। ਇਹ ਚੀਜ਼ ਤੜਪਾਉਂਦੀ ਬੰਦੇ ਨੂੰ, ਇਹੀ ਅੱਗ ਬਲਦੀ ਅੰਦਰ। ਮੈਂ ਹੋਣਾ ਐਵੇਂ ਦਾ ਚਾਹੁੰਦਾ, ਹੋ ਉਵੇਂ ਦਾ ਪਿਆ ਪਾ ਨਹੀਂ ਰਿਹਾ,
इस करके बड़ी समस्या बन गई। चलो अपनी तो गल है, फिर परिवार आ जाता है, रिश्ते आ जाते ने, समाज आ जाता है, फिर बंदा बड़ा विलकदा है। गुरु बाबा जी कहते तू अपना रोल चंगी तरह प्ले कर, आस जगत ते जीवन देने वाले ते रख, आस उहदे ते रख, मानस संधि आस, जीरो एक्सपैक्टेशनस कर लै। बड़ी वड्डी गल जे समझ आ जाए तो अज का समाज ये कह रहा है कि जिहड़ा है जो कंडीशंस ने एक्सैप्ट दैम एज इट इज एंड डोंट हैव एनी एक्सपैक्टेशंस। जो इस तरीके का तू बैलेंस अप्रोच अडॉप्ट करेगा ना, जिन्होंने तू कहना पीस ऑफ माइंड। समटाइम पीपल आस्क मी what kind of a bird is the peace of mind? We never have witnessed it. Do you have ever seen this? We never seen this sparrow at all. ये किस पंछी का ना, किस जानवर का ना है, असीं ते वेख्या भी नहीं अजे तक। पीस ऑफ माइंड की हुंदा है भाई? ये है पीस ऑफ माइंड जो तुसीं इन्हां दो चीज़ां नूं इस अपने जीवन दे विच पूरी तरह अपनाउंदे हो। मानस संधि आस, जे इहदे तो तुसीं अपने आप नूं पासे रख लैंदे हो, तो जे ये तो नहीं आस रखनी, फिर आस किस तो रखनी? करतार तो। देन वाला करन वाला वो है। आप करके भी बंदा ये करे, जो करेगा भला करेगा, नींद वधिया आएगी, दिन वधिया बतीत होएगा, मन विच भाव नहीं रहेगा, ना हंकार दा, ना किसी किस्म दे रुदन दा, किसी किस्म दे पछतावे दा। पर साहब कहंदे कीता की जाए, क्योंकि ना विसर गया वो तो दिसदा नहीं, लगता बस मैं ही हाँ जिन्हें वजन चक्या मोढियां ते, मैं ही करांगा तो होएगा, मैं ही मैं हाँ, हूं मैं। तो गुरु बाबा जी कहते जगजीवन पुरख त्याग के मानस संधि आस, दोए भाए विगुची अगल पईस जम की फास। जम की फास रियलिटी च देखा जाए तो पीपल लिटरली कंप्लेन अबाउट इट, आई फील सोफोकेशन। बाणी का एक बचन है, बार बिडानड़े हुमस तुमस कूकां पईयां राही। जो जंगल नूं बहुत अग लग जाए ना, तो जंगल की अग बहुत फैल जाए, तो अजे जिहड़ा विच जानवर बंदा कोई जीव काबू आया उहदे तक अग नहीं पहुंची। नहीं नहीं नहीं, अग तो तक पहुंची ना, अग दी लपटां ते बड़ी दूर ने। जिहड़ी चीज़ तक पहुंच रही है वो पता की है? धुआं ते अग दी हुमस, ओहदा गल घुट रही है। लिटरली तौर पर बंदे नूं कई वारी जिहड़ी चीज़ है अंदर अग नहीं परेशान कर रही, बंदा सोफोकेशन फील कर रहा है। बंदा कहता है मैनूं तो इंज लगता जिवें मेरे दिल ते किसी ने कुछ रख दिता हुंदा है, बड़ा हैवी फील करता है। अजकल तुसीं फिजिशियंस कोल जांदे हो, उन्होंने तुसीं कुछ अपनी सिचुएशन दसदे हो, उन्हां दा बड़ा एक यूनीवर्सल क्राइटेरिया आ, साइन एंड सिम्पटम्स के अकॉर्डिंगली वो पहला कोई पेन किलर तुहानूं प्रैफर करनगे। जे उन्होंने कोई होर साइन एंड सिम्पटम्स लग रहे हैं फिर वो कोई एंटीबायोटिक तुहानूं जिहड़ी है वो प्रैफर करनगे। दो ही चीज़ां होंदियां उन्हां दे हत्थ दे विच, आइदर दे गोना प्रिस्क्राइब यू सम सॉर्ट ऑफ पेन किलर, अदरवाइज जिहड़ी है कोई एंटीबायोटिक दे देणगे। जे ये दोवें नहीं कारगर उस लैवल ते काम कीतियां, उन्हें कहना ठीक है जी ब्लड वर्क करा लिओ, ब्लड वर्क हो जाएगा। ब्लड वर्क हो गया, जे भी कोई कितने खास किस्म की पेन हैवीनेस कुछ आ रही है, वो दो तीन चीज़ां होर करा देंगे, एक्सरे करा देंगे, MRI करा देंगे, सब कुछ। जो सारे रूल आउट कर देंगे वो भी ब्लड वर्क इज ओके, अच्छा पेन किलर वर्क नहीं कर रहा, एंटीबायोटिक देती नहीं जा सकती क्योंकि कोई यहो जिहा साइन सिम्पटम्स है नहीं उस किस्म का, बट स्टिल ये बंदा कंप्लेन कर रहा भी मैं भाई मेरे ते धौन ही आकड़ी रही इतों, आई कैन नॉट स्लीप, मैंने तो इत्थे बड़ा सिर ही दुखी जाता है, मैंने तो छाती जिस तरीके नाल जिवें मेरे विचकारों जिहड़ा हैगा मेरियां ते पसलियां पीड़ करदियां ने, मेरियां ते हिप्स आर दे आर एक्चुअली बॉदरिंग मी अ लॉट, दीज काइंड ऑफ साइन एंड सिम्पटम्स पीपल ऑलवेज एक्चुअली डिस्कस विद डॉक्टर्स। फिर वो अखीर एको गल कहिंदे ने, ट्राई टू पे अटेंशन टूवर्ड द स्ट्रेस, स्ट्रेसर्स की ने तेरे, हुण व्हाट इज दिस स्ट्रेस की है? ये सोफोकेशन है, घुटन आ, ब्रेन नूं ऑक्सीजन नहीं प्रॉपर मिल रही, हार्ट नूं ऑक्सीजन नहीं मिल रही, ब्लड दे विच ऑक्सीजन दा लैवल डिप्रीव हो रहा है, जिहड़ी हैल्दी कंडीशन है अनहैल्दी बन रही है।
पे अटेंशन टूवर्ड दिस साइड। ये है हुम्मस तुम्मस, ते कूकां पईयां राही, बंदा कूक रहा ते कूक ऐसी है कोई सुन ही नहीं रहा। डॉक्टरां कोल जाके, नैचुरोपैथ्स कोल जाके, होरां कोल जाके कुरला रहा, वो कहंदे सॉरी वी डोंट हैव एनी ट्रीटमेंट फॉर यू, वी कैन नॉट डू एनी, वी कैन नॉट हेल्प यू। बाबा जी वेरी क्लीयर हेयर, बाबा जी सिंह दोए पाए विगुचिया गल पईस जम की फास, क्योंकि तू दोए पाए जिधर तेन जाना चाहिए सी ओदी बजाए तू राह दूजा चूज कर लिया, तो हुण विगुचिया। सपोज करो ना छोटा बच्चा आया, उन्हें नहीं पता, उन्हें हाथ में कोई चुभन वाली चीज़ पकड़ ली। बहुत सिंपल एग्जाम्पल करदा, मेरी अपनी फैमिली होया, बच्चा छोटा सौण तो पहला जिहड़ी खास करके प्लास्टिक की रबड़ हुंदी है जिहड़ी असीं किसी चीज़ उत्ते पाउने हैगे उस तरीके दे नाल, ते ओह रबड़ नालों प्ले कर रहा है, तो प्ले करदा करदा वो सो गया। जो सो गया कोई घंटे 1.5 घंटे बाद रोन लग गया, उठ के रोन लग गया, बड़ा रोए, फैमिली बड़ी परेशान, ये सुता ही रोई जाता है, सुपने च रो रहा है, जगान कुछ ना पता लगे आखिरकार बात की हुई है। जो काफ़ी देर बाद आखिरकार उन्होंने छुया, आले दुआले देखा कर करा के पता लगा इत्थे प्लास्टिक पा ली उन्हें, पाई नूं घंटा सवा घंटा हो गया। उहदे नाल होया कि जिहड़ा हैगा आला दुआला स्वैल कर गया, सूजन आ गई, सूजन करके प्लास्टिक विच कैद हो गई। हुण दुख दा जिहड़ी वो चीज़ इत्थे है तो हुण इनविजिबल हो गई है, हुण पता ही नहीं लग रहा, वो बोल नहीं पा रहा, फैमिली समझ नहीं पा रही, अजीब हालत है। बंदे की दशा तुसीं देखोगे ना तो गुरु बाबा जी कहते हकीकत यह है तिन अंतर होमै कंडा है, ज्यों ज्यों चले चुभे दुख पावे हैं। तुरदे ने तो जिवें पैर विच कंडा लगा होए तो वैसे तो ठीक लगता है, जिवें बंदा पैर रखदा है तो फिर लगता है हद हो गई, कोई चीज़ चुभती है, पेन हुंदी है, हथ ला के वेखदा कुछ भी नहीं, कोई इनविजिबल इहो जी चीज़ है जिहड़ी अंदर दुख दे रही है, जिहड़ी अंदर तड़पना पैदा कर रही है। गुरु महाराज बयान कर दे तू राह गलत चूज कर लिया, तो इहो जी कोई मिसटेक कर रहे हैं जिहड़ी तेनों दिस नहीं रही। दोए भाए विगुची है, तेरी ये खुआरी, विगुचना मतलब ना खुआरी, सफरिंग इथों निकली है, गलपईस जम की फास। बाबा जी हो सकता है, साहब कहते यूनीवर्सल ला है जी, ला की है, जेहा बीजै सो लुणा है, मत्थै जो लिखिया आस। मत्थे दे लेख लोग कहते ये पिछों लिखे आउंदे ने इस तरीके दे नाल। नो डाउट वी कम इन दिस वर्ल्ड विद सम सॉर्ट ऑफ ट्रेट्स, some sort of habit, some sort of genetic makeup. But at the same time, Mother Nature gives us some autonomy too, so that we can make some choices over here. ਜਿਹੜੀਆਂ choices ਬਣਾਉਣੀਆਂ ਨੇ ਉਹ ਹੈ ਮੱਥੇ ਦੇ ਲੇਖ ਬਦਲਨੇ। ਮੱਥਾ ਸਿੱਧੇ ਤੌਰ ਤੇ ਕੋ ਦੱਸੋ ਕੀ ਇਹਨੂੰ ਸਮਝੋ ਕੀ ਹੈ। ਮੱਥੇ ਦਾ ਮਤਲਬ ਹੈ ਫੇਸ, ਮੁਖ। ਤੇ ਬਾਣੀ ਕਹਿੰਦੀ ਹੈ ਤੁਹਾਡੇ ਕੋਲ 3 ਚੋਇਸਸ ਤੇ ਪੱਕੀਆਂ ਨੇ। Either you can become manmukh, or you can become gurmukh, or you can become sanmukh, whatever you want. अगां फिर दियां लेयर्स ने। तुसीं किधर मूँह लाउणा है, मूँह किधर करना अपना। जिधर मूँह करोगे, जिधर मत्था करोगे उहदा प्रभाव पएगा, ते जिहदे वल मूँह होएगा मतलब ਉਹਦੇ ਨਾਲ ਅਸੀਂ ਕਮਿਊਨੀਕੇਟ ਕਰਦੇ ਹਾਂ, ਗੱਲ ਕਰਦੇ ਹਾਂ, ਉਹਦੇ ਨਾਲ ਅਸੀਂ ਸੰਬੰਧ ਬਣਾਉਂਦੇ ਹਾਂ, ਉਹਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ। ਭਾਈ ਜੇ ਚੰਗੇਰੀ ਵਿਚਾਰਧਾਰਾ, ਚੰਗੇਰੇ ਖਿਆਲ ਤੇ ਗੁਰੂ ਤੋਂ ਵਧੀਆ ਵਿਚਾਰ ਕਿਹਦੇ ਹੋ ਸਕਦੇ ਨੇ, ਰੱਬ ਤੋਂ ਵਧੀਆ ਸੋਚ ਕਿਹਦੀ ਹੋ ਸਕਦੀ ਹੈ, ਉਹਦੇ ਨਾਲ ਸਾਂਝ ਪਾ ਲਈ ਜਾਏ। ਸਾਹਿਬ ਮਹਾਰਾਜ ਬਿਆਨ ਕਰਦੇ ਜਿਹਾ ਬੀਜੈ ਸੋ ਲੁਣਾ, ਜੋ ਕੁਝ ਆਪਣੀ ਸੋਚ ਮੰਡਲ ਦੇ ਵਿੱਚ ਬੀਜੇਗਾ, ਜਿਵੇਂ ਮਿੱਟੀ 'ਚ ਬੀਜ ਬੀਜੇ ਜਾਂਦੇ ਨੇ, ਉਹੀ ਪ੍ਰਗਟ ਹੋਏਗਾ। मत्थे जो लिखियास, जो जो मत्थे ते लिखेगा, जिधर जिधर मुंह फेरेगा, जिधर जिधर मुंह लगाएगा, उदा प्रभाव तेरे जीवन ते पैना है। रैन विहानी पछतानी उठ चली गई निराश। बाकी समटाइम वी हैव वेरी प्रोकास्टिनेशन काइंड ऑफ करेक्टर। इट्स ओके, वी हैव plenty of time, we will do a lot of stuff in our actually coming years, in our retirement.
इन आवर जो साडा जीवन का। पर बाबा जी कहते जीवन की रात बड़ी छोटी जी है। ये तो उदन नहीं पता लगना जिदन मैसेज आ जाना, किसी ने डोर ते नॉक कर देना आके, लेट्स गो, टाइम इज ओवर नाउ। आ पैंडैमिक दे विच किन्ने किन्ने लोग तुहाडे आले दुआले तुर गए होणगे। मेरी अपनी जानकारी दे विच मतलब एक वड्डी गिणती विदा हो चुकी है इंटरनेशनल लैवल ते। जे मैं झात मारदा ते सोचा भी नहीं सी जा सकता। सो साहब कहंदे ये चेते रख, रैन विहाणी पछताणी उठ चली गई निराश। ऐसा ना होए निराश, क्योंकि जो बंदा निराश होकर विदा हुंदा आ मतलब टोटल एक लैवल ते कह लो दुख विच निमो चूना होके। अगला बचन है जिनको साधु पेटीए सुधर गए होए खलास। खलास जिहदे विचों लफज खलासी भी बनता है ते खालिस भी बनता है। भाव जदों बंदे ने चंगे सोर्स नाल सांझ बना ली ते इत्थे साधु, साधु गुरु का मतलब है, इत्थे उहदे नाल भेंट हो गई, मुलाकात हो गई ते सब कहंदे सो दरगह होए खलास। उन्हां दी खलासी दरगाह विच हो गई, वो जीवन मुक्त हो गए। कर किरपा प्रभा अपनी तेरे दर्शन होए प्यास। दाता तरस रखी, किसी होर चीज़ की प्यास ना होए। प्यास मीन क्रेविंग, इच्छा, ख्वाहिश, विश, वांट। ओनली वन थिंग आई वांट, ओनली वन विश आई हैव। दर्शन तेरे दीदार हों, अमल ऐसे करा, कर्म ऐसे करा, साथी ऐसे बनन, जीवन का विहार ऐसा बने, रब जी तू ते तेरी याद रहे, रब जी तू ते तेरा एहसास रहे, बस इस तो बिना नहीं। इस करके बयान किया तेरे दर्शन होए प्यास, प्रभ तुद बिन दूजा को नहीं, नानक की अरदास। क्या कमाल है। गुरु अर्जन साहब कहते मेरी तो अरदास ये है बस तू तेरे तो बिना होर कुछ नहीं, प्रभ तुद बिन दूजा को नहीं। जनानक की अरदास आषाढ़ सुहंदा तिस लकै, जिस मन हर चरण निवास। तो पंदा आ पर साहब कहते सुहंदा हो सकता है जिस मन हर चरण निवास, जिस मन दे विच हरि दे चरण आके निवास कर गए, जिहदे मन दे विच अकाल पुरख वाहिगुरू दा पै पाव आ गया। साहब रहमत करन ऐसे आलमी वाक्यां चों चंगेरी प्रेरणा मिले, असी गुरमतीए हो सकीए, गुरमत गाड़ी राह ते तारनी हो सकीए। इन्नियां क बिनतियां नाल खिमा। किसानी संघर्ष लई जूझ रहे माई पाई दी सफलता होए, चढ़दी कला होए, इसे अरदास नाल। वाहिगुरू जी का खालसा, वाहिगुरू जी की फतेह।